ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆ ਪਿੱਛੇ ਜਿਹੜਾ ਕੋਵਿਡ ਦੇ ਕੇਸਿਸ ਨੂੰ ਲੈ ਕੇ ਜਿਹੜਾ ਆਪਾਂ ਟ੍ਰੈਂਡ ਦੇਖ ਰਹੇ ਹਾਂ ਉਹ ਪੂਰੇ ਭਾਰਤ ਦੇ ਵਿੱਚ ਵੀ ਵਧ ਰਿਹਾ ਹੈ, ਪੰਜਾਬ ਦੇ ਵਿੱਚ ਵੀ ਹੁਣ ਕੇਸਿਸ ਵਧ ਰਹੇ ਨੇ ਤੇ ਸਿਮਿਲਰਲੀ ਜਲੰਧਰ ਦੇ ਵਿੱਚ ਵੀ ਕੇਸਿਸ ਹੁਣ ਜ਼ਿਆਦਾ ਆ ਰਹੇ ਸੀਗੇ ਤੇ ਇਹਦੇ ਵਿੱਚ ਮੈਂ ਦੇਖ ਰਿਹਾ ਥੋੜਾ ਪਬਲਿਕ ਦੇ ਵਿੱਚ ਪੈਨਿਕ ਵੀ ਹੈਗਾ ਤੇ ਉਹਦੇ ਲਈ ਮੈਂ ਆਪ ਜੀ ਨਾਲ ਕੁਝ ਇੰਪੋਰਟੈਂਟ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਕਿ ਪਿੱਛੇ ਸਾਡੀ ਜਿਹੜੀ ਹੈ ਸਟੇਟ ਲੈਵਲ ਤੇ ਸਾਡੇ ਮੈਡੀਕਲ ਐਕਸਪਰਟਸ ਨਾਲ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸਾਨੂੰ ਕਾਫੀ ਕਲੀਅਰ ਨਿਰਦੇਸ਼ ਦਿੱਤੇ ਗਏ ਨੇ ਕਿ ਆਪਾਂ ਸਾਰਿਆਂ ਨੇ ਪੋਜ਼ਿਟਿਵ ਕੇਸਿਸ ਨੂੰ ਲੈ ਕੇ ਨਹੀਂ ਘਬਰਾਉਣਾ ਹੈ, ਕਿਉਂਕਿ ਪੋਜ਼ਿਟਿਵ ਕੇਸਿਸ ਜਦੋਂ ਵੀ ਐਪੀਡੈਮਿਕ ਦਾ ਟ੍ਰੈਂਡ ਇੱਕ ਵਾਰ ਵੱਧਦਾ ਹੈ ਤਾਂ ਪੋਜ਼ਿਟਿਵ ਕੇਸਿਸ ਤਾਂ ਆਣਗੇ। ਸਗੋਂ ਇਹ ਵੀ ਕਿਹਾ ਵੀ ਉੱਥੇ ਪੋਜ਼ਿਟਿਵ ਕੇਸਿਸ ਡਿਟੈਕਟ ਕਰਨਾ ਚੰਗੀ ਗੱਲ ਹੈ, ਕਿਉਂਕਿ ਤੁਸੀਂ ਪੇਸ਼ੈਂਟਸ ਨੂੰ ਟਾਈਮਲੀ ਇਲਾਜ ਲਈ ਡਿਟੈਕਟ ਕਰ ਰਹੇ ਹੋ ਤੇ ਉਹਦਾ ਇਲਾਜ ਕਰਾ ਰਹੇ ਹੋ, ਜਿਸ ਦੇ ਕਰਕੇ ਅਸੀਂ ਮੋਰਟੈਲਿਟੀ ਨੂੰ ਜਾਂ ਮੌਤ ਨੂੰ ਰਿਡਿਊਸ ਕਰ ਸਕਦੇ ਹਾਂ। ਸਾਡਾ ਪ੍ਰਾਇਮਰੀ ਫੋਕਸ ਸਭ ਤੋਂ ਜ਼ਿਆਦਾ ਆਹੀ ਫੋਕਸ ਹੈ ਕਿ ਅਸੀਂ ਆਪਣੀ ਜਾਨਾਂ ਬਚਾਉਣੀਆਂ ਨੇ ਤੇ ਪੋਜ਼ਿਟਿਵ ਸਾਡੇ ਲਈ ਪ੍ਰਾਇਮਰੀ ਕੰਸਰਨ ਨਹੀਂ ਹੈ। ਸਾਡੇ ਲਈ ਪ੍ਰਾਇਮਰੀ ਕੰਸਰਨ ਇਹ ਹੈ ਕਿ ਸਾਡੀ ਕੇਸ ਫੈਟੈਲਿਟੀ ਰੇਟ, ਜਿਹਨੂੰ ਅਸੀਂ ਡੈਥ ਰੇਟ ਵੀ ਸਿੰਪਲ ਭਾਸ਼ਾ ਦੇ ਵਿੱਚ ਕੇਸ ਕਹਿ ਸਕਦੇ ਹਾਂ, ਵੀ ਕਿੰਨੇ ਸਾਡੀ ਮੌਤਾਂ ਹੋਈਆਂ ਤੇ ਕਿੰਨੇ ਕੇਸਿਸ ਦੇ ਪਿੱਛੇ ਜਿਹੜੀ ਡੈਥਸ ਹੈ ਉਹਨੂੰ ਕਿੱਦਾਂ ਅਸੀਂ ਘਟਾਈਏ। ਐਪੀਡੈਮੋਲੋਜਿਸਟ ਜਿਹੜੇ ਪੰਜਾਬ ਲੈਵਲ ਤੇ ਕੰਮ ਕਰ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਵੀ ਜੇਕਰ ਤੁਸੀਂ ਟੈਸਟਿੰਗ ਨਾ ਵੀ ਕਰੋ ਤੇ ਤੁਹਾਨੂੰ ਪਤਾ ਚੱਲ ਜਾਊਗਾ ਵੀ ਕਿੰਨੇ ਇਨਫੈਕਸ਼ਨ ਹੈ। ਇੱਕ ਸਿੰਪਲ ਜਿਹਾ ਫਾਰਮੂਲਾ ਉਹਨਾਂ ਨੇ ਦੱਸਿਆ ਵੀ ਜੇਕਰ ਕਿਸੇ ਜ਼ਿਲ੍ਹੇ ਦੇ ਵਿੱਚ 50 ਮੌਤਾਂ ਹੈ ਤੇ ਉਹਨੂੰ 600 ਦੇ ਨਾਲ ਤੁਸੀਂ ਗੁਣਾ ਕਰ ਲਓ ਤੇ ਤਕਰੀਬਨ ਤੁਸੀਂ ਮੰਨ ਸਕਦੇ ਹੋ ਵੀ 30,000 ਇਨਫੈਕਸ਼ਨ ਹੋ ਗਈਆਂ ਨੇ ਉੱਥੇ। ਜੇਕਰ 50 ਮੌਤਾਂ ਹੋ ਸਕਦਾ ਇਹ ਇਨਫੈਕਸ਼ਨ ਦੀ ਗੱਲ ਹੈ, ਹੋ ਸਕਦਾ ਤੁਸੀਂ ਟੈਸਟ ਕਰਕੇ 1000 ਹੀ ਡਿਟੈਕਟ ਕੀਤੀਆਂ ਨੇ ਤਾਂ ਤੁਹਾਨੂੰ ਆਈਡੀਆ ਲੱਗ ਰਿਹਾ ਹੋਣਾ ਵੀ ਇੱਥੇ ਇਨਫੈਕਸ਼ਨ ਹੈ। ਲੇਕਿਨ ਜੇਕਰ ਜਿੱਥੇ ਮੰਨ ਲਓ 25 ਹੁਣ ਜਲੰਧਰ ਦੀ ਗੱਲ ਕਰ ਰਹੀ ਹੈ 25 ਡੈਥਸ ਹੁਣ ਤੱਕ ਰਿਪੋਰਟ ਹੋਈਆਂ ਨੇ ਤੇ ਉਹ ਕਹਿੰਦੇ ਇਨਟੂ 600 ਕਰੋ ਤੇ ਤਕਰੀਬਨ 15,000 ਇਨਫੈਕਸ਼ਨਸ ਤੁਸੀਂ ਲੈ ਸਕਦੇ ਹੋ। ਇਹਦੇ ਵਿੱਚ ਡਿਟੈਕਸ਼ਨ 1000 ਦੀ 1200 ਦੀ ਰੇਂਜ ਦੇ ਵਿੱਚ ਹੋਇਆ। ਸੋ ਉਹ ਕਹਿੰਦੇ ਵੀ ਇਹਦੇ ਨਾਲ ਸਾਡਾ ਜਿਹੜਾ ਪ੍ਰਾਇਮਰੀ ਫੋਕਸ ਇਹ ਹੈ, ਕਿਉਂਕਿ ਇਨਫੈਕਸ਼ਨ ਹਮੇਸ਼ਾ ਹੀ ਡਿਟੈਕਸ਼ਨ ਤੋਂ ਜ਼ਿਆਦਾ ਰਹਿਣਗੀਆਂ, ਇਹ ਐਪੀਡੈਮਿਕ ਦਾ ਨੇਚਰ ਹੈ। ਸੋ ਉਹ ਸਾਨੂੰ ਇਹੀ ਗਾਈਡ ਕਰਦੇ ਨੇ ਵੀ ਤੁਸੀਂ ਵਧੀਆ ਤਰੀਕੇ ਨਾਲ ਜਿਹੜੀ ਹੈਗੀ ਇਹਦੀ ਕੰਟੈਕਟ ਟ੍ਰੇਸਿੰਗ ਕਰੋ। ਜਿਹੜੀ ਵਲਨਰੇਬਲ ਪੋਪੂਲੇਸ਼ਨ ਹੈ ਜਿੱਥੇ ਤੁਸੀਂ ਕੰਟੇਨਮੈਂਟ ਜ਼ੋਨ ਡਿਕਲੇਅਰ ਕੀਤੇ ਨੇ, ਮਾਈਕਰੋ ਕੰਟੇਨਮੈਂਟ, ਉੱਥੇ ਜਾ ਕੇ ਖਾਸ ਕਰ ਜਿਹੜੇ ਵਲਨਰੇਬਲ ਨੇ ਜਿਨ੍ਹਾਂ ਦੀ ਕੋਮੋਰਬਿਡਿਟੀ ਹੈ, ਕੋਈ ਸ਼ੂਗਰ ਦੀ ਬਿਮਾਰੀ ਹੈ, ਹਾਈਪਰਟੈਂਸ਼ਨ ਹੈ, ਕੋਈ ਹੋਰ ਉਹਨਾਂ ਦੇ ਕੋਲ ਲੰਗ ਦਾ ਡਿਸੀਜ਼ ਹੈ, ਉਹਨਾਂ ਨੂੰ ਜ਼ਰੂਰ ਹਾਈ ਪ੍ਰਾਇਰਟੀ ਤੇ ਟੈਸਟ ਕਰੋ। ਉਹ ਪੋਜ਼ਿਟਿਵ ਆਣਗੇ ਤਾਂ ਟਾਈਮਲੀ ਉਹਨਾਂ ਦਾ ਇਲਾਜ ਹੋ ਜਾਏਗਾ ਤੇ ਫਿਰ ਉੱਥੇ ਆਪਾਂ ਜਾਨ ਬਚਾ ਸਕਦੇ। ਇਹਦੇ ਕਰਕੇ ਸਾਡੀ ਜਿਹੜੀ ਕੇਸ ਫੈਟੈਲਿਟੀ ਰੇਟ ਹੈ, ਜਿਹਨੂੰ ਅਸੀਂ ਮੌਤ ਦੀ ਦਰ ਹੈ, ਉਹ ਘਟੂਗੀ। ਤੇ ਮੈਂ ਜਦੋਂ ਤੁਸੀਂ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਜਿਹੜੀ ਕੇਸ ਫੈਟੈਲਿਟੀ ਰੇਟ ਜਿਹੜੀ ਜਲੰਧਰ ਦੀ ਹੈ। ਦੇਖੋ ਜਲੰਧਰ ਦੇ ਵਿੱਚ ਅੱਜ ਦੇ ਦਿਨ ਪੰਜਾਬ ਦੇ ਵਿੱਚ ਦੂਜੇ ਨੰਬਰ ਤੋਂ ਸਭ ਤੋਂ ਜ਼ਿਆਦਾ ਕੇਸ ਨੇ ਲੁਧਿਆਣੇ ਤੋਂ ਬਾਅਦ। ਪਰ ਜੇਕਰ ਅਸੀਂ CFR ਦੀ ਗੱਲ ਕਰੀਏ, ਜਦੋਂ ਅਸੀਂ ਡੈਥਸ ਨੂੰ ਡਿਵਾਈਡ ਕਰਦੇ ਹਾਂ ਬਾਈ ਦੀ ਨੰਬਰ ਆਫ ਕੇਸ, ਅਸੀਂ 13ਵੇਂ ਨੰਬਰ ਤੇ ਹਾਂ। ਕਿ ਅੱਛਾ ਜੇ 5 ਜ਼ਿਲ੍ਹੇ ਹੈਗੇ ਪੰਜਾਬ ਦੇ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਜਿਨ੍ਹਾਂ ਦੇ ਵਿੱਚ 500 ਤੋਂ ਕੇਸ ਜ਼ਿਆਦਾ ਨੇ ਪੋਜ਼ਿਟਿਵ, ਉਹਦੇ ਵਿੱਚ ਜੇਕਰ ਮੈਂ CFR ਕੈਲਕੂਲੇਟ ਕਰਦਾ ਤੇ ਜਲੰਧਰ ਦੀ ਸਭ ਤੋਂ ਘੱਟ ਹੈ, ਸਭ ਤੋਂ ਜ਼ਿਆਦਾ ਜਿੱਥੇ ਮੰਨ ਲਓ ਕੋਵਿਡ ਦੇ ਕੇਸਿਸ ਨੇ। ਤੇ ਈਵਨ ਪੂਰੇ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਪੋਜ਼ਿਟਿਵ ਆਏ, ਜਿਹੜੀ ਲੇਟੈਸਟ ਰਿਪੋਰਟ ਹੈ, ਕਿੰਨੇ ਉੱਥੇ ਡੈਥਸ ਹੋਈਆਂ ਨੇ ਤੇ CFR ਕਿੰਨੀ ਹੈਗੀ। ਸੋ ਸਾਡੀ CFR 2% ਦੇ ਲੱਗੇ ਹੈ। ਐਪੀਡੈਮੋਲੋਜਿਸਟ ਕਹਿੰਦੇ ਇਹਨੂੰ ਹੋਰ ਸੁਧਾਰਨ ਦੀ ਲੋੜ ਹੈ, ਆਪਾਂ ਇਹਨੂੰ 1.5% ਤੱਕ ਲਿਆਉਣ ਦੀ ਐਕਸੈਪਟੇਬਲ। ਉਹ ਕਹਿੰਦੇ 1.5% ਇਜ਼ ਅ ਵੈਰੀ ਗੁੱਡ ਜਿਹੜਾ ਹੈਗਾ ਪੈਰਾਮੀਟਰ। ਤੁਸੀਂ ਇਹਨੂੰ ਰਿਡਿਊਸ ਕਰੋ, ਹੋਰ ਜ਼ਿਆਦਾ ਐਗਰੈਸਿਵਲੀ ਕੰਟੈਕਟ ਟ੍ਰੇਸਿੰਗ ਕਰੋ। ਲੋਕਾਂ ਦੇ ਜਿੱਥੇ ਜਿੱਥੇ ਕੰਟੇਨਮੈਂਟ ਹੈ, ਮਾਈਕਰੋ ਕੰਟੇਨਮੈਂਟ ਹੈ, ਉਹਨਾਂ ਦੇ ਡੋਰ ਟੂ ਡੋਰ ਜਾਓ, ਇਹ ਕੇਸਿਸ ਆਪਾਂ ਡਿਟੈਕਟ ਕਰੀਏ। ਪੋਜ਼ਿਟਿਵ ਆਉਂਦੇ ਰਹਿਣਗੇ, ਉਸ ਦੇ ਲਈ ਘਬਰਾਉਣ ਦੀ ਲੋੜ ਨਹੀਂ। ਪਰ ਸਾਡਾ ਜਿਹੜਾ ਜਲੰਧਰ ਨਿਵਾਸੀਆਂ ਨੂੰ ਇਲਾਜ ਟਾਈਮਲੀ ਮਿਲ ਜਾਵੇ ਉਹਨਾਂ ਦੇ ਵਿੱਚ, ਤਾਂ ਕਿ ਆਪਾਂ ਮੋਰਟੈਲਿਟੀ ਰਿਡਿਊਸ ਕਰੀਏ। ਆਹੀ ਸਾਡਾ ਪ੍ਰਾਇਮਰੀ ਫੋਕਸ ਹੈ। ਤੇ ਇਹਦੇ ਲਈ ਹੀ ਮੇਰੀ ਅਪੀਲ ਹੈ ਸਾਰੇ ਜਿਹੜੇ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਵਿੱਚ ਸਾਰੇ ਨਿਵਾਸੀਆਂ ਨੂੰ, ਕਿਉਂਕਿ ਕਈ ਵਾਰ ਸ਼ਿਕਾਇਤ ਆਉਂਦੀ ਹੈ ਥੋੜ੍ਹਾ ਜਿਹਾ ਕੋਆਪਰੇਸ਼ਨ ਸਾਨੂੰ ਘੱਟ ਮਿਲ ਰਿਹਾ। ਮੈਂ ਹੱਥ ਜੋੜ ਕੇ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਬੇਨਤੀ ਕਰਾਂਗਾ ਵੀ ਜਿਹੜੇ ਵੀ ਇਲਾਕੇ ਦੇ ਕਾਉਂਸਲਰ ਸਾਹਿਬਾਨ ਨੇ ਉਹਨਾਂ ਦੀ ਹੁਣ ਇਸ ਘੜੀ ਦੇ ਵਿੱਚ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਤੇ ਜੇਕਰ ਅਸੀਂ ਹਮੇਸ਼ਾ ਜਦੋਂ ਵੀ ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਜ਼ੋਨ ਨੋਟੀਫਾਈ ਕਰਦੇ ਹਾਂ, ਉਹਦੇ ਵਿੱਚ ਸਿਵਲ ਦੇ ਇੰਚਾਰਜ, ਉੱਥੇ ਪੁਲਿਸ ਦੇ ਇੰਚਾਰਜ, ਮੈਡੀਕਲ ਇੰਚਾਰਜ ਦਾ ਨਾਮ ਤੇ ਮੋਬਾਈਲ ਨੰਬਰ ਵੀ ਪਾ ਕੇ ਰਿਲੀਜ਼ ਕਰਦੇ ਹਾਂ।
ਤੇ ਕਾਉਂਸਲਰ ਸਾਹਿਬਾਨ ਉਹਨਾਂ ਨੂੰ ਵੀ ਸੰਪਰਕ ਕਰ ਸਕਦੇ। ਜੇਕਰ ਕੋਈ ਉਹਨਾਂ ਦੀ ਵੀ ਕੋਈ ਦਿੱਕਤ ਹੈ ਤੇ ਉਹ ਵੀ ਇਹ ਨਿਪਟਾਰਾ ਕਰਨਗੇ ਤੇ ਸੰਬੰਧਿਤ ਐਸਡੀਐਮਸ ਵੀ ਉਹਨਾਂ ਦੇ ਨਾਲ ਤਾਲਮੇਲ ਬਣਾਏ ਰੱਖਣਗੇ ਤਾਂ ਕਿ ਆਪੇ अर्ਲੀ ਡਿਟੈਕਸ਼ਨ ਕਰਕੇ ਆਪਣੀ ਡੈਥ ਰੇਟ ਨੂੰ ਮਿਨੀਮਾਈਜ਼ ਕਰੀਏ। ਇਹ ਸਾਡਾ ਪ੍ਰਾਇਮਰੀ ਫੋਕਸ ਹੈ ਇਹਦੇ ਵਿੱਚ। ਦੇਖੋ ਕੁਝ ਸ਼ਹਿਰਾਂ ਦੇ ਵਿੱਚ ਮੈਂ ਦੇਖ ਰਿਹਾ ਸੀਗਾ, ਤੁਸੀਂ ਪਹਿਲਾਂ ਕਈ ਸ਼ਹਿਰ ਜਿੱਦਾਂ ਬੈਂਗਲੌਰ ਸੀਗੇ ਬੜੇ ਮਾਡਲ ਸ਼ਹਿਰ ਮੰਨਿਆ ਜਾਂਦੇ ਸੀਗੇ, ਜਿਹੜੇ ਦਿੱਲੀ ਤੇ ਬੰਬੇ ਨੂੰ ਕਹਿ ਰਹੇ ਸੀਗੇ ਇੱਥੇ ਕੇਸ ਵੱਧ ਗਏ ਆ ਬਟ ਬੈਂਗਲੌਰ ਦੇ ਵਿੱਚ ਪ੍ਰੋਬਲਮ ਨਹੀਂ ਹੈ। ਬਟ ਅੱਜ ਬੈਂਗਲੌਰ ਦੀ ਹਾਲਤ ਬੜੀ ਖਰਾਬ ਹੈ। ਪਿੱਛੇ ਆਗਰਾ ਦੇ ਵਿੱਚ ਬੜਾ ਆ ਵੀ ਆਗਰਾ ਤਾਂ ਆਗਰਾ ਮਾਡਲ ਦੀ ਗੱਲਾਂ ਹੋ ਰਹੀਆਂ ਸੀਗੀ ਬਟ ਉਹਨਾਂ ਦੀ ਬਾਅਦ ਦੇ ਵਿੱਚ ਪੋਜ਼ਿਟਿਵ ਤਾਂ ਕੰਟਰੋਲ ਹੋ ਗਏ ਲੇਕਿਨ ਉਹਨਾਂ ਦੀ ਡੈਥ ਰੇਟ 7% ਪਹੁੰਚ ਗਈ। ਇੱਥੋਂ ਤੱਕ ਇਹ ਕੇਸ ਬਣ ਗਿਆ ਵੀ ਸੈਂਟਰ ਸਰਕਾਰ ਨੂੰ ਟੀਮ ਭੇਜਣੀ ਪਈ ਆਗਰਾ ਦੀ CFR ਕੇਸ ਫੈਟੈਲਿਟੀ ਰੇਟ 7% ਪਹੁੰਚ ਗਈ, ਜਿਹੜੀ ਜਿੱਦਾਂ ਮੈਂ ਅੱਜ ਗੱਲ ਕਰ ਰਿਹਾ ਜਲੰਧਰ ਦੀ 2%। ਉਹਨੂੰ ਕਾਬੂ ਕਰਨ ਲਈ ਸਾਨੂੰ ਇਹ ਹੈ ਵੀ ਅਸੀਂ ਅੱਗੇ ਆਈਏ, ਜੇਕਰ ਸਿੰਪਟੋਮੈਟਿਕ ਹੈ, ਖਾਸ ਕਰ ਜੇਕਰ ਸਾਡੇ ਕੋਲ ਕੋਮੋਰਬਿਡ ਹੈ ਤੇ ਆਪਾਂ ਆਪਣਾ ਟੈਸਟ ਕਰਾਈਏ ਤਾਂ ਕਿ ਆਪਾਂ ਆਪਣੀ ਡੈਥ ਰੇਟ ਤੇ ਕੰਟਰੋਲ ਕਰਕੇ ਆਪਣੀ CFR ਨੂੰ ਕੰਟਰੋਲ ਕਰਨਾ ਹੈ। ਦੇਖੋ ਇਹ ਕੋਵਿਡ ਕਿਸੇ ਨੂੰ ਵੀ ਹੋ ਸਕਦਾ। ਅੱਜ ਤੁਸੀਂ ਦੇਖ ਰਹੇ ਹੋ ਵੀ SDM ਲੈਵਲ ਦੇ ਆਫਿਸਰ RT ਲੈਵਲ ਤੋਂ ਥੱਲੇ ਜਾ ਕੇ ਸਾਰੇ ਸਾਡੇ ਜਿਹੜੇ ਫਰੰਟ ਲਾਈਨ ਵਰਕਰ ਹੈ, ਪੁਲਿਸ ਦੇ ਮੁਲਾਜ਼ਮ ਹੈ, ਸਾਰਿਆਂ ਨੂੰ ਹੋ ਰਿਹਾ, ਕਿਸੇ ਨੂੰ ਹੋ ਸਕਦਾ। ਇਹਦੇ ਵਿੱਚ ਕੋਈ ਓਲੇ ਛੁਪਾਉਣ ਵਾਲੀ ਗੱਲ ਨਹੀਂ ਹੈ। ਤੁਸੀਂ ਆਓ, ਟੈਸਟਿੰਗ ਕਰਾਓ ਤੇ ਆਪਾਂ ਤਾਂ ਕਿ ਖਾਸ ਕਰ ਕੋਮੋਰਬਿਡ ਕੇਸਿਸ ਦੇ ਵਿੱਚ ਤਾਂ ਜ਼ਰੂਰੀ 100% ਸਾਨੂੰ ਛੋਟਾ ਮੋਟਾ ਵੀ ਸਿੰਪਟਮ ਆਂਦਾ ਤੇ ਸਾਨੂੰ ਜ਼ਰੂਰ ਟੈਸਟ ਕਰਾਉਣਾ ਚਾਹੀਦਾ। ਅੱਗੇ ਮੈਂ ਗੱਲ ਕਰਨਾ ਚਾਹਾਂਗਾ ਆਪਣੀ ਮੋਰਟੈਲਿਟੀ ਦੀ, ਵੀ ਮੋਰਟੈਲਿਟੀ ਆਪਾਂ ਕਿੱਦਾਂ ਰਿਡਿਊਸ ਕਰ ਸਕਦੇ ਹਾਂ। ਤੇ ਜਲੰਧਰ ਦੇ ਵਿੱਚ ਜਿੰਨੀ ਹੁਣ ਤੱਕ ਸਾਡੀ ਫੇਟੈਲਿਟੀਜ਼ ਹੋਈਆਂ ਨੇ, ਮੌਤਾਂ ਹੋਈਆਂ ਨੇ, ਕੱਲ ਮੈਂ ਪੂਰਾ ਦਿਨ ਬਹਿ ਕੇ ਉਹਨਾਂ ਦਾ ਪੂਰਾ ਐਕਸਲ ਚਾਰਟ ਬਣਵਾਇਆ ਜਿਹਦੇ ਵਿੱਚ ਅਸੀਂ ਦੇਖਿਆ ਵੀ ਕਿ ਕੌਣ ਪੇਸ਼ੈਂਟ, ਕੀ ਉਹਨਾਂ ਦੀ ਪ੍ਰੋਫਾਈਲ ਸੀਗੀ, ਕੀ ਉਹਨਾਂ ਦੀ ਉਮਰ ਸੀਗੀ, ਕਦੋਂ ਉਹ ਐਡਮਿਟ ਹੋਏ ਤੇ ਕਿੱਥੇ ਉਹਨਾਂ ਦੀ ਡੈਥ ਹੋਈ ਤੇ ਉਹ ਉਹਨਾਂ ਨੂੰ ਕੀ ਕੋਮੋਰਬਿਡਿਟੀ ਸੀ। ਤੇ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਨਿਕਲ ਕੇ ਆਇਆ 24 ਪੇਸ਼ੈਂਟਸ ਦਾ ਅਸੀਂ ਐਨਾਲਿਸਿਸ ਜਿਹੜਾ ਕੀਤਾ, ਉਹਦੇ ਵਿੱਚ ਸਭ ਤੋਂ ਜ਼ਿਆਦਾ ਸ਼ੂਗਰ ਜਿਹੜੀ ਹੈ ਉਹ 24 ਪੇਸ਼ੈਂਟਸ ਦੇ ਵਿੱਚੋਂ 15 ਪੇਸ਼ੈਂਟਸ ਨੂੰ ਸ਼ੂਗਰ ਦੀ ਪ੍ਰੋਬਲਮ ਸੀਗੀ, ਡਾਇਬੀਟੀਜ਼ ਦੀ ਪ੍ਰੋਬਲਮ ਸੀਗੀ। ਸੋ ਖਾਸ ਕਰ ਮੈਂ ਇਹ ਚਾਹਾਂਗਾ ਵੀ ਜਿਹੜੇ ਵੀ ਇਸ ਇਲਾਕਿਆਂ ਦੇ ਵਿੱਚ ਜਿੱਥੇ ਮਾਈਕਰੋ ਕੰਟੇਨਮੈਂਟ ਜ਼ੋਨ ਹੈ, ਤੁਹਾਨੂੰ ਲੱਗਦਾ ਹੈ ਵੀ ਕੋਈ ਸਿੰਪਟਮ ਆ ਰਹੇ ਹੈ ਸ਼ੂਗਰ ਦੇ, ਤੁਸੀਂ ਮਰੀਜ਼ ਹੋ ਤਾਂ ਜ਼ਰੂਰ ਇਹ ਚੈੱਕ ਕਰਾਓ। ਹਾਈਪਰਟੈਂਸ਼ਨ ਦੇ ਉਹਨਾਂ ਦੇ ਵਿੱਚ 8 ਮਰੀਜ਼ ਸੀਗੇ ਜਿਨ੍ਹਾਂ ਨੂੰ ਹਾਈ BP ਦੀ ਆਪਾਂ ਸਮੱਸਿਆ ਕਹਿ ਸਕਦੇ ਹਾਂ। ਤੇ ਉਸ ਤੋਂ ਇਲਾਵਾ ਜਿਨ੍ਹਾਂ ਨੂੰ ਦੋਨੋਂ ਹਾਈਪਰਟੈਂਸ਼ਨ ਤੇ ਸ਼ੂਗਰ ਉਹ ਵੀ ਸਾਡੇ 5 ਮਰੀਜ਼ ਸੀਗੇ। ਸੋ ਇਹ ਕਾਊਂਟਿੰਗ ਦੇ ਵਿੱਚ ਉਹ 5 ਪੇਸ਼ੈਂਟਸ ਨੂੰ ਹਾਈਪਰਟੈਂਸ਼ਨ ਵੀ ਸੀਗੀ ਤੇ ਸ਼ੂਗਰ ਸੀਗੀ। ਤੇ ਉਸ ਤੋਂ ਇਲਾਵਾ ਵੀ ਕੁਝ ਮਰੀਜ਼ਾਂ ਨੂੰ ਕਿਡਨੀ ਦਾ ਡਿਸੀਜ਼, ਲਿਵਰ ਦਾ ਕੈਂਸਰ ਦੀ ਪ੍ਰੋਬਲਮ ਜਾਂ ਫਿਰ ਲੰਗਸ ਦੀ ਪ੍ਰੋਬਲਮ, ਟਿਊਬਰਕਲੋਸਿਸ ਜਾਂ ਸਾਹ ਲੈਣ ਦੀ ਹੋਰ ਤਕਲੀਫ, ਇਸ ਟਾਈਪ ਦੀ ਪ੍ਰੋਬਲਮ ਹੈ। ਤੁਸੀਂ ਆ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜਾ ਐਨਾਲਿਸਿਸ ਦੇ ਵਿੱਚ ਇਹਦੇ ਵਿੱਚ ਕਾਊਂਟ ਹੋ ਸਕਦਾ 24 ਤੋਂ ਵੱਧ ਜਾਵੇ ਕਿਉਂਕਿ ਜਿਨ੍ਹਾਂ ਨੂੰ ਮਲਟੀਪਲ ਸੀਗੀ ਉਹ ਸੈਪਰੇਟਲੀ ਕਾਊਂਟ ਹੋਈ ਹੋਈ ਹੈ ਤੇ ਕਈਆਂ ਨੂੰ ਮਲਟੀਪਲ ਵੀ ਸੀਗੀ, ਇਸ ਕਰਕੇ ਇਹ ਜਿਹੜਾ ਕਾਊਂਟ 24 ਤੋਂ ਜ਼ਿਆਦਾ ਨਜ਼ਰ ਆਊਗਾ। ਬਟ ਇਹ ਕੋਮੋਰਬਿਡਿਟੀ ਸੀਗੀ ਜਿਹਦਾ ਦਾ ਅਸੀਂ ਐਨਾਲਿਸਿਸ ਕਰ ਰਹੇ ਹਾਂ। ਸੋ ਇਹ ਐਨਾਲਿਸਿਸ ਕਰਨ ਦਾ ਆਹੀ ਮੇਰਾ ਫਰਜ਼ ਹੈ ਵੀ ਆਪ ਜੀ ਸਾਰਿਆਂ ਨਾਲ ਸਾਂਝਾ ਕਰਾਂ। ਜੇਕਰ ਆਪ ਜੀ ਨੂੰ ਜਾਂ ਆਪ ਜੀ ਦੇ ਕਿਸੇ ਪਰਿਵਾਰ ਨੂੰ ਇਹ ਪ੍ਰੋਬਲਮ ਹੈ ਤੇ ਖਾਸ ਕਰ ਆਪਾਂ ਹੋਰ ਜ਼ਿਆਦਾ ਚੌਕਸ ਰਹੀਏ। ਕਈ ਵਾਰ ਇਹ ਕੋਮੋਰਬਿਡਿਟੀ ਹੁੰਦੀ ਹੈ ਫਿਰ ਵੀ ਆਪਾਂ ਸਿੰਪਟਮਸ ਨੂੰ ਲਾਈਟਲੀ ਲੈ ਲੈਂਦੇ ਆ। ਦੇਖੋ ਇੰਡੀਆ ਦੇ ਵਿੱਚ ਹਰ ਥਾਂ ਤੇ ਸੈਲਫ ਮੈਡੀਕੇਸ਼ਨ ਦਾ ਇੱਕ ਕਲਚਰ ਹੈ, ਆਪਾਂ ਸਿੰਪਟਮਸ ਨੂੰ ਇਗਨੋਰ ਕਰ ਦਿੰਦੇ ਆ। ਤੇ ਖਾਸ ਕਰ ਮੇਰੀ ਆ ਬੇਨਤੀ ਹੈ ਵੀ ਜੇਕਰ ਤੁਹਾਡੇ ਇਹ ਅੰਡਰਲਾਈਨ ਕੋਮੋਰਬਿਡਿਟੀ ਹੈ ਐਂਡ ਤੁਹਾਨੂੰ ਫਲੂ ਲਾਈਕ ਸਿੰਪਟਮ ਹੁੰਦੇ ਆ, ਕੋਈ ਸੋਰ ਥਰੋਟ, ਖਾਂਸੀ ਵਗੈਰਾ, ਤੇ ਤੁਸੀਂ ਸੈਲਫ ਮੈਡੀਕੇਸ਼ਨ ਤੋਂ ਬਜਾਏ ਖਾਸ ਕਰ ਕੋਮੋਰਬਿਡ ਕੇਸਿਸ ਦੇ ਵਿੱਚ ਜ਼ਰੂਰ ਰਿਪੋਰਟ ਕਰੋ ਕਿਉਂਕਿ ਇਹਦੇ ਵਿੱਚ ਮੈਂ ਦੇਖ ਰਿਹਾ ਹਾਂ ਕਿ ਜਿਹੜੇ ਮਰੀਜ਼ ਜਿਸ ਦਿਨ ਐਡਮਿਟ ਹੋਏ ਹੈ ਤੇ ਡੈਥਸ ਦੇ ਵਿੱਚ ਜਿਹੜਾ 24 ਮਰੀਜ਼ ਜਿਸ ਦਾ ਐਵਰੇਜ ਟਾਈਮ ਹੈ ਉਹ 4.5 ਦਿਨ ਦਾ ਹੈ ਕਿ ਮਤਲਬ ਜਿਸ ਦਿਨ ਉਹਨਾਂ ਨੂੰ ਕੋਵਿਡ ਡਿਟੈਕਟ ਹੋਇਆ ਤੇ ਜਿਸ ਦਿਨ ਉਹਨਾਂ ਦੀ ਮੌਤ ਹੋ ਗਈ ਉਹ 4.5 ਦਿਨ ਦਾ ਸਮਾਂ ਹੈ। ਐਪੀਡੈਮੋਲੋਜਿਸਟ ਕਹਿੰਦੇ ਨੇ ਵੀ ਇਹ ਘੱਟੋ ਘੱਟ ਸਾਨੂੰ ਵਧਾ ਕੇ 7 ਦਿਨ ਕਰਨਾ ਚਾਹੀਦਾ ਤੇ 7 ਦਿਨ ਕਰਨ ਲਈ ਆਪ ਜੀ ਦੇ ਬਹੁਤ ਜ਼ਿਆਦਾ ਸਹਿਯੋਗ ਦੀ ਲੋੜ ਹੈ। ਖਾਸ ਕਰ ਕੋਮੋਰਬਿਡ ਕੇਸਿਸ ਦੇ ਵਿੱਚ ਜੇਕਰ ਆਪ ਜੀ ਨੂੰ ਪਤਾ ਹੈ ਵੀ ਇਹਨਾਂ ਨੂੰ ਆ ਤਕਲੀਫ ਹੈ ਤੇ ਜਿੱਦਾਂ ਹੀ ਕੁਝ ਵੀ ਖਾਂਸੀ ਜ਼ੁਕਾਮ ਕੋਈ ਸਿੰਪਟਮ ਹੁੰਦਾ ਜ਼ਰੂਰ ਆਪਾਂ ਟੈਸਟ ਕਰਾ ਲਈਏ ਤਾਂ ਕਿ ਆਪਾਂ ਐਕਟਿਵ ਇੰਟਰਵੈਂਸ਼ਨ ਕਰਕੇ ਜਾਨਾਂ ਬਚਾਈਏ। ਤੇ ਇਹ ਮੈਂ ਅਪੀਲ ਕਰਨਾ ਚਾਹੁੰਦਾ। ਇਹਦੇ ਵਿੱਚ ਇਹ ਵੀ ਮੈਂ ਕਨਫਿਊਜ਼ਨ ਕਲੀਅਰ ਕਰਨਾ ਚਾਹੁੰਦਾ। ਕਈ ਵਾਰ ਆਪਾਂ ਸੋਚਦੇ ਵੀ ਜਲੰਧਰ ਦਾ ਕੋਈ ਮਰੀਜ਼ DMC ਦਾਖਲ ਹੋਇਆ, ਉੱਥੇ ਡੈਥ ਹੋ ਗਈ, ਤਾਂ ਵੀ ਉਹ ਜਲੰਧਰ ਦੇ ਹੀ ਵਿੱਚ ਹੀ ਅਕਾਊਂਟ ਹੋਣੀ ਹੈ। ਤਾਂ ਜਦੋਂ ਵੀ ਪੇਸ਼ੈਂਟ ਕਈ ਵਾਰ
ਇਹ ਵੀ ਆਂਦਾ ਵੀ ਅੰਮ੍ਰਿਤਸਰ ਕੋਈ ਜਿੰਨੇ ਵੀ ਪੇਸ਼ੈਂਟ ਬਾਹਰ ਤੋਂ ਆਉਂਦੇ ਨੇ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਤਾਂ ਉਹ ਅੰਮ੍ਰਿਤਸਰ ਦੇ ਖਾਤੇ ਦੇ ਵਿੱਚ ਉਹੀ ਬੋਲਣਗੇ ਜਿਹੜੇ ਅੰਮ੍ਰਿਤਸਰ ਦੇ ਰੈਜ਼ੀਡੈਂਟ ਹੋਣਗੇ। ਜੇਕਰ ਕੋਈ ਜਲੰਧਰ ਦਾ ਮਰੀਜ਼, ਪਠਾਨਕੋਟ ਦਾ ਮਰੀਜ਼ ਅੰਮ੍ਰਿਤਸਰ ਜਾਂਦਾ ਹੈ ਤੇ ਉਹ ਪਲੇਸ ਆਫ ਡੋਮਿਸਾਈਲ ਤੇ ਹੀ ਕਾਊਂਟ ਹੁੰਦਾ ਤਾਂ ਕਿ ਆਪਾਂ ਨੂੰ ਪਤਾ ਚੱਲ ਸਕੇ ਕਲੀਅਰਲੀ ਵੀ ਕਿੱਥੇ ਐਪੀਡੈਮਿਕ ਕਿੰਨਾ ਫੈਲਿਆ ਹੋਇਆ ਤੇ ਕਿੰਨਾ ਇਹਦਾ ਮਾਰ ਹੈ। ਤੇ ਇਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਹੀ ਮੈਂ ਗੱਲ ਬਾਰ-ਬਾਰ ਐਮਫਸਾਈਜ਼ ਕਰਨਾ ਚਾਹਨਾ ਕਿ ਆਪਾਂ ਕੋਮੋਰਬਿਡ ਪੇਸ਼ੈਂਟ ਜਿੱਥੇ ਇਹ ਬਿਮਾਰੀਆਂ ਕਿਸੇ ਪੇਸ਼ੈਂਟ ਨੂੰ ਆਲਰੇਡੀ ਹੈ ਉਹਨਾਂ ਦਾ ਸਭ ਤੋਂ ਟੌਪ ਮੋਸਟ ਪ੍ਰਾਇੋਰਟੀ ਤੇ ਰੱਖਿਆ ਜਾਵੇ। ਖਾਸ ਕਰ 60 ਸਾਲ ਦੇ ਉੱਤੇ ਬਜ਼ੁਰਗਾਂ ਦਾ ਬਹੁਤ ਖਿਆਲ, ਕੋਮੋਰਬਿਡ ਤੇ 60 ਸਾਲ ਤੋਂ ਉੱਤੇ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਵੇ। ਇਹ ਕੋਮੋਰਬਿਡ ਕੇਸਿਸ ਤੇ ਖਾਸ ਕਰ ਆਪਾਂ ਬਹੁਤ ਜ਼ਿਆਦਾ ਫੋਕਸ ਕਰਾਂਗੇ ਤੇ ਆਪਾਂ ਅਰਲੀ ਡਿਟੈਕਸ਼ਨ ਨਾਲ ਜਾਨ ਬਚਾ ਸਕਦੇ ਹਾਂ। ਸਾਡਾ ਡੋਰ ਟੂ ਡੋਰ ਸਰਵੇ ਚੱਲ ਰਿਹਾ ਹੈ, ਉਹਦੇ ਵਿੱਚ ਆਸ਼ਾ ਵਰਕਰ ਜਾਂਦੀਆਂ ਨੇ, ਪਲੀਜ਼ ਉਹਨਾਂ ਨੂੰ ਪੂਰਾ ਸਹਿਯੋਗ ਦਿਓ। ਉਹ ਆਪਣੇ ਆਪ ਨੂੰ ਰਿਸਕ 'ਚ ਪਾ ਕੇ ਵੀ ਆਪ ਜੀ ਦੇ ਕੋਲ ਜਾ ਕੇ ਟੈਸਟ ਲੈ ਲਈ ਉਹ ਆਗੇ ਆ ਰਹੇ। ਕਈ ਵਾਰ ਸਹਿਯੋਗ ਘੱਟ ਮਿਲ ਰਿਹਾ, ਮੈਂ ਬੇਨਤੀ ਕਰਨਾ ਚਾਹਾਂਗਾ ਸਾਰਿਆਂ ਨੂੰ ਵੀ ਉਹ ਸਹਿਯੋਗ ਪੂਰਾ ਮਿਲੇ। ਖਾਸ ਕਰ ਇਹ ਜਿਹੜੀ ਮੈਂ ਕੋਮੋਰਬਿਡਿਟੀਜ਼ ਗਿਣਾਈਆਂ ਨੇ, ਸਾਡੀ ਹੈਲਥ ਡਿਪਾਰਟਮੈਂਟ ਨਾਲ ਜਦੋਂ ਮੀਟਿੰਗ ਹੁੰਦੀ ਹੈ ਉੱਥੇ ਵੀ ਸਿਵਲ ਸਰਜਨ ਮੈਡਮ ਨਾਲ ਤੇ ਸਾਰਿਆਂ ਨਾਲ ਇਹੀ ਗੱਲ ਹੁੰਦੀ ਹੈ ਵੀ ਜਦੋਂ ਆਪਾਂ ਡੋਰ ਟੂ ਡੋਰ ਸਰਵੇ ਕਰ ਰਹੇ ਹਾਂ, ਆਪਾਂ ਕੋਈ ਸਿੰਪਟੋਮੈਟਿਕ ਕੇਸ ਜਿਨ੍ਹਾਂ ਨੂੰ ਕੋਈ ਤਕਲੀਫ ਹੈ, ਫਲੂ ਲਾਈਕ ਸਿੰਪਟਮ ਹੈ, ਉਹਨਾਂ ਨੂੰ ਆਪਾਂ ਕੱਢ ਰਹੇ ਹਾਂ ਤੇ ਉਹਨਾਂ ਦੇ ਵਿੱਚ ਵੀ ਟੌਪ ਮੋਸਟ ਪ੍ਰਾਇੋਰਟੀ ਸਭ ਤੋਂ ਪਹਿਲਾਂ ਕੋਮੋਰਬਿਡ ਵਿਦ ਸਿੰਪਟਮਸ ਨੂੰ ਲਓ, ਉਸ ਤੋਂ ਬਾਅਦ ਕੋਮੋਰਬਿਡਿਟੀਜ਼ ਵਾਲਿਆਂ ਨੂੰ ਲਓ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਹੈਗੀ ਹੋਰ ਕੈਟੇਗਰੀਜ਼ ਨੂੰ ਲਈਏ ਜਿਹੜੀ ਯੰਗ ਹੈ ਤੇ ਵਿਦਆਊਟ ਸਿੰਪਟਮਸ ਹੈ। ਇਹ ਸਿੰਪਟੋਮੈਟਿਕ ਕੇਸਿਸ ਵੀ ਆ ਰਹੇ ਨੇ ਪਰ ਸਭ ਤੋਂ ਟੌਪ ਮੋਸਟ ਪ੍ਰਾਇੋਰਟੀ ਹੈ ਸਾਡੀ ਕੋਮੋਰਬਿਡਿਟੀਜ਼ ਵਾਲਿਆਂ ਨੂੰ ਟੈਸਟ ਕਰਕੇ ਜਾਨ ਬਚਾਉਣ ਲਈ। ਸੋ ਇਹਦੇ ਵਿੱਚ ਮੈਂ ਬਾਕੀ ਜਿਹੜੇ ਉੱਥੇ ਇਲਾਕਿਆਂ ਦੇ ਵਿੱਚ ਕਈ ਵਾਰ ਕੈਮਿਸਟ ਵੀ ਕੋਈ ਮੈਡੀਸਿਨ ਲੈ ਕੇ ਜਾਂਦੇ ਹੈ, ਕੋਈ ਹੋਰ ਲੋਕਲ ਪ੍ਰੈਕਟੀਸ਼ਨਰ ਉੱਥੇ ਕਲੀਨਿਕ ਦੇ ਵਿੱਚ, ਕੋਈ ਆਯੁਰਵੈਦਿਕ ਦੇ ਡਾਕਟਰ ਉਹ ਵੀ ਹੈ। ਕਈ ਕੇਸ ਕਈ ਵਾਰ ਉਹ ਮੈਡੀਕੇਸ਼ਨ ਦੇ ਵਿੱਚ ਥੋੜ੍ਹਾ ਜਿਹਾ ਉਹ ਵੀ ਮੈਂ ਬੇਨਤੀ ਕਰਾਂਗਾ ਉਹ ਧਿਆਨ ਰੱਖਣ ਵੀ ਉਹਨਾਂ ਨੂੰ ਲੱਗਦਾ ਕਿਸੇ ਨੂੰ ਤਕਲੀਫ ਹੈ ਤਾਂ ਜ਼ਰੂਰ ਉਹ ਪੇਸ਼ੈਂਟ ਨੂੰ ਰੈਫਰ ਕਰ ਦਿਓ ਕਿਉਂਕਿ ਆਪਾਂ ਡਿਲੇ ਨਾ ਕਰੀਏ। ਡਿਲੇ ਇਹਦੇ ਵਿੱਚ ਇਹ ਬਿਮਾਰੀ ਟਾਈਮ ਨਹੀਂ ਦਿੰਦੀ ਹੈ ਜੀ। ਜਦੋਂ ਇਸ ਬਿਮਾਰੀ ਦੇ ਖਾਸ ਕਰ ਕੋਮੋਰਬਿਡ ਸਿੰਪਟਮਸ ਦੇ ਵਿੱਚ ਤੁਹਾਨੂੰ ਜੇਕਰ ਸਾਹ ਲੈਣ ਦੀ ਤਕਲੀਫ ਵਗੈਰਾ ਆ ਜਾਈ ਉਸ ਤੋਂ ਬਾਅਦ ਤੁਹਾਡੇ ਕੋਲ ਸਿਰਫ 2-3 ਦਿਨ ਦਾ ਸਮਾਂ ਬੜਾ ਮੁਸ਼ਕਿਲ ਨਾਲ ਮਿਲਦਾ ਹੈ ਤੇ ਇਸ ਕਰਕੇ ਆਪਾਂ ਕੋਮੋਰਬਿਡ ਕੇਸਿਸ ਦੇ ਵਿੱਚ ਜਿੱਥੇ ਹੋਰ ਬਿਮਾਰੀਆਂ ਸ਼ੂਗਰ, ਹਾਈਪਰਟੈਂਸ਼ਨ ਦੀ ਹੈ, ਬਜ਼ੁਰਗ ਹੈ ਪੇਸ਼ੈਂਟ ਤੇ ਉਹਦੇ ਵਿੱਚ ਬਿਲਕੁਲ ਵੀ ਆਪਾਂ ਰਿਸਕ ਨਾ ਲਈਏ। ਇਮੀਡੀਏਟਲੀ ਆਪਾਂ ਸਰਕਾਰੀ ਹਸਪੀਟਲ ਕਿਉਂਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ 22 ਸੈਂਟਰ ਬਣੇ ਗਏ ਨੇ, ਸਾਰੇ ਹਸਪੀਟਲਸ ਦੇ ਵਿੱਚ ਸੈਂਪਲਿੰਗ ਹੋ ਰਹੀ ਹੈ, ਫ੍ਰੀ ਸੈਂਪਲਿੰਗ ਹੋ ਰਹੀ ਹੈ ਤੇ ਇਮੀਡੀਏਟਲੀ ਟੈਸਟ ਕਰਾ ਕੇ ਆਪਾਂ ਐਡਮਿਟ ਹੋਈਏ। ਤੇ ਸਾਡਾ ਵੀ ਪੂਰਾ ਹੁਣ ਇਸ ਟਾਈਮ ਆਹੀ ਫੋਕਸ ਲੱਗਿਆ ਹੋਇਆ ਵੀ ਪ੍ਰਾਈਵੇਟ ਸੈਕਟਰ ਨੂੰ ਵੀ ਕਿੱਦਾਂ ਅਸੀਂ ਹੋਰ ਉਹਨਾਂ ਦੀ ਕੈਪੈਸਿਟੀ ਵਧਾਈਏ, ਪਿੰਮਸ ਨੂੰ ਵੀ ਔਨ ਬੋਰਡ ਲੈ ਕੇ ਆਈਏ ਤਾਂ ਕਿ ਆਪਣਾ ਕੋਈ ਇਲਾਜ ਪੱਖੋਂ ਵੀ ਕੋਈ ਵਾਂਝਾ ਨਾ ਰਹੇ, ਕਿ ਇਸ ਟਾਈਪ ਦੀ ਭਵਿੱਖ ਦੇ ਵਿੱਚ ਵੀ ਬੈੱਡ ਸ਼ਾਰਟੇਜ ਦੀ ਪ੍ਰੋਬਲਮ ਨਾ ਹੋਵੇ। ਤਾਂ ਇਸੇ ਸਹਿਯੋਗ ਦੇ ਨਾਲ ਮੈਂ ਆਪ ਜੀ ਦਾ ਲਾਸਟ ਦੇ ਵਿੱਚ ਧੰਨਵਾਦ ਕਰਦਾ।